ਵਾਰ ਤੋਂ ਚੱਲ ਰਹੀ ਜਾਪ ਸਾਹਿਬ ਦੀ ਪਾਵਨ ਵਿਚਾਰ ਆਪਾਂ ਸਾਂਝੀ ਕਰ ਰਹੇ ਹਾਂ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਸਰਬੱਤ ਸੰਗਤ ਅਸੀਸ ਬਖਸ਼ੋ ਅਤੇ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰੁਆਲ ਛੰਦ ਤਉ ਪ੍ਰਸਾਦ। ਧੰਨ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਹੁਣ ਰੁਆਲ ਛੰਦ ਦੀ ਆਰੰਭਤਾ ਕਰਦੇ ਹਨ। ਆਰੰਭਤਾ ਵਿੱਚ ਬਚਨ ਕਰਦੇ ਹਨ, ਤਉ ਪ੍ਰਸਾਦ, ਤੇਰੀ ਕਿਰਪਾ ਨਾਲ, ਤੇਰੀ ਬਖਸ਼ਿਸ਼ ਨਾਲ, ਤੇਰੀ ਰਹਿਮਤ ਨਾਲ ਇਸ ਪਾਵਨ ਛੰਦ ਦੀ ਆਰੰਭਤਾ ਕਰ ਰਹੇ ਹਾਂ। ਆਦ ਰੂਪ ਅਨਾਦ ਮੂਰਤ, ਇਹ ਅਕਾਲ ਪੁਰਖ ਪਰਮਾਤਮਾ ਤੇਰਾ ਜਿਹੜਾ ਰੂਪ ਹੈ ਉਹ ਮੁੱਢ ਤੋਂ ਹੀ, ਸ਼ੁਰੂ ਤੋਂ ਹੀ ਹੈ। ਸਭ ਤੋਂ ਪਹਿਲਾਂ ਤੂੰ ਸੈਂ, ਤੇਰੇ ਤੋਂ ਬਾਅਦ ਇਹ ਸਾਰੀ ਕਾਇਨਾਤ ਬਣੀ ਹੈ। ਆਦਿ ਦਾ ਅਰਥ ਹੈ ਸ਼ੁਰੂ ਤੋਂ, ਸਭ ਤੋਂ ਪਹਿਲਾਂ। ਜਦੋਂ ਨਾ ਧਰਤੀ ਸੀ, ਨਾ ਆਕਾਸ਼, ਨਾ ਚੰਨ ਤਾਰੇ, ਹਵਾ, ਜੀਵ ਜੰਤ, ਵਨਸਪਤ, ਕੁਝ ਵੀ ਨਹੀਂ ਸੀ। ਕੇਵਲ ਅਕਾਲ ਪੁਰਖ ਪਰਮਾਤਮਾ ਆਪ ਹੀ ਸੀ ਬਸ। ਉਸ ਅਕਾਲ ਪੁਰਖ ਪਰਮਾਤਮਾ ਨੂੰ ਇੱਕ ਫੁਰਨਾ ਫੁਰਿਆ, ਉਹਨੇ ਖੇਡ ਰਚੀ ਹੈ, ਕਾਇਨਾਤ ਨੂੰ ਰਚ ਦਿੱਤਾ, ਬਣਾ ਦਿੱਤਾ। ਭਾਂਤ ਭਾਂਤ ਦੇ ਜੀਵ ਪੈਦਾ ਕੀਤੇ ਤੇ ਇਹ ਸਾਰੇ ਜੀਵ ਜਿਹੜੇ ਹਨ ਅਕਾਲ ਪੁਰਖ ਪਰਮਾਤਮਾ ਦੀ ਖੇਡ ਨੂੰ ਖੇਡ ਰਹੇ ਹਨ। ਇਹ ਉਹਦੀ ਰਚਨਾ ਹੈ, ਉਹਨੇ ਸਾਜੀ ਹੈ ਤੇ ਪਤਾ ਨਹੀਂ ਕਿੰਨੇ ਵਾਰੀ ਉਹਨੇ ਸਾਜੀ ਹੈ, ਕਿੰਨੇ ਵਾਰੀ ਇਹ ਪਸਾਰ ਦਿੱਤਾ ਉਹਨੇ, ਫਿਰ ਮਿਟਾ ਦਿੱਤਾ, ਫਿਰ ਬਣਾ ਦਿੱਤਾ, ਫਿਰ ਮਿਟਾ ਦਿੱਤਾ। ਉਹਦੀ ਮੌਜ ਹੈ। ਕਲਗੀਧਰ ਮਹਾਰਾਜ ਆਦਿ ਨੇ ਮੁੱਢ ਤੋਂ, ਸ਼ੁਰੂ ਤੋਂ ਕੇਵਲ ਇੱਕ ਅਕਾਲ ਪੁਰਖ ਹੀ ਸੀ। ਅਨਾਦ ਮੂਰਤ, ਮੂਰਤ ਦਾ ਅਰਥ ਹੈ ਸਰੂਪ। ਅਨਆਦ, ਜਿਹੜਾ ਆਰੰਭਤਾ ਤੋਂ ਅਕਾਲ ਪੁਰਖ ਹੈ, ਪਰਮੇਸ਼ਰ ਹੈ। ਅਜੂਨ ਪੁਰਖ ਅਪਾਰ, ਉਹ ਜੂਨੀਆਂ ਤੋਂ ਰਹਿਤ ਹੈ। ਅਜੂਨ, ਜੂਨੀ ਵਿੱਚ ਨਹੀਂ ਆਉਂਦਾ, ਜਨਮ ਨਹੀਂ ਲੈਂਦਾ ਜਿਵੇਂ ਬਾਕੀ ਜੀਵ ਲੈਂਦੇ ਨੇ। ਜਨਮ ਮਰਨ ਤੋਂ ਰਹਿਤ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਲਗੀਧਰ ਗੁਰਦੇਵ ਪਾਤਸ਼ਾਹ ਜੀ ਨੇ 4 ਤਰੀਕੇ ਦੱਸੇ ਨੇ ਜੀਵਾਂ ਦੀ ਉਤਪੱਤੀ ਦੇ। ਚੌਪਈ ਸਾਹਿਬ ਦਾ ਪਾਠ ਆਪਾਂ ਕਰਦੇ ਹਾਂ ਤੇ ਉਹ 4 ਤਰੀਕੇ ਚੌਪਈ ਸਾਹਿਬ ਦੀ ਪਾਵਨ ਬਾਣੀ ਅੰਦਰ ਮਹਾਰਾਜ ਆਦਿ ਨੇ। ਅੰਡਜ, ਜੇਰਜ, ਸੇਤਜ, ਉਤਪੁਜ, ਇਹ 4 ਤਰੀਕੇ ਸੰਸਾਰ ਦੀ ਰਚਨਾ ਦੇ। ਅੰਡਜ ਭਾਵ ਆਂਡਿਆਂ ਰਾਹੀਂ ਜੀਵ ਪੈਦਾ ਹੁੰਦੇ ਨੇ। ਬੇਅੰਤ ਜੀਵ ਐਸੇ ਨੇ ਜਿਹੜੇ ਆਂਡਿਆਂ ਤੋਂ ਪੈਦਾ ਹੁੰਦੇ ਨੇ। ਜੇਰਜ, ਜਰ ਤੋਂ ਪੈਦਾ, ਜਿਵੇਂ ਆਪਾਂ ਮਨੁੱਖ ਪੈਦਾ ਹੁੰਦੇ ਹਾਂ, ਜਰ ਆਦਿਕ ਤੋਂ ਜੀਵਾਂ ਦੀ ਉਤਪੱਤੀ ਹੁੰਦੀ ਹੈ। ਕੁਝ ਐਸੇ ਜੀਵ ਹਨ ਜਿਹੜੇ ਪਸੀਨੇ ਆਦਿਕ ਤੋਂ, ਸੇਤਜ, ਜਿਵੇਂ ਕੋਈ ਸਲਾਬੀ ਜਗ੍ਹਾ ਹੋਵੇ, ਇੱਟ ਰੱਖੀ ਹੋਵੇ ਗਿੱਲੀ ਜਗ੍ਹਾ ਤੇ ਤੁਸੀਂ ਵੇਖਿਆ ਹੋਵੇਗਾ ਕੁਝ ਸਮੇਂ ਬਾਅਦ ਉਹਦੇ ਥੱਲੇ ਕੀਟ ਪੈਦਾ ਹੋ ਜਾਂਦੇ ਨੇ, ਉਹਨਾਂ ਨੂੰ ਆਖਿਆ ਜਾਂਦਾ ਸੇਤਜ। ਪਸੀਨੇ ਸਲਾਬੀ ਨਾਲ ਜੀਵ ਪੈਦਾ ਹੋਣ ਵਾਲੇ। ਤੇ ਚੌਥੇ ਉਤਪੁਜ, ਉਤਪੁਜ ਆਖਦੇ ਨੇ ਆਪਣੇ ਆਪ ਜਿਵੇਂ ਵਨਸਪਤੀ ਪੈਦਾ ਹੋ ਜਾਂਦੀ। ਪਹਾੜਾਂ ਦੇ ਉੱਤੇ ਵੇਖੋ ਕਿੰਨੇ ਘਾਹ ਜਿਹੜਾ ਹੈ ਜਾਂ ਹੋਰ ਜਿੰਨੇ ਦਰਖਤ ਨੇ, ਕਈ ਐਸੇ ਜਿਹੜੇ ਆਪਣੇ ਆਪ ਹੀ ਪੈਦਾ ਹੋ ਰਹੇ ਨੇ, ਜਿਨ੍ਹਾਂ ਦੀ ਕੋਈ ਮਨੁੱਖ ਖੇਤੀ ਨਹੀਂ ਕਰਦਾ, ਉਹ ਆਪਣੇ ਆਪ ਹੀ ਪੈਦਾ ਹੋ ਰਹੇ ਨੇ। ਅਕਾਲ ਪੁਰਖ ਪਰਮਾਤਮਾ ਜਿਹੜਾ ਹੈ, ਪਰਮੇਸ਼ਰ ਜਿਹੜਾ ਹੈ, ਨਾ ਆਂਡਿਆਂ ਦੇ ਰਾਹੀਂ ਉਹਦਾ ਜਨਮ ਹੈ, ਨਾ ਅਕਾਲ ਪੁਰਖ ਪਰਮਾਤਮਾ ਉਤਪੁਜ, ਨਾ ਸੇਤਜ, ਨਾ ਜਰ ਤੇ ਨਾ ਹੀ ਆਂਡਿਆਂ ਨੇ। ਅਕਾਲ ਪੁਰਖ ਪਰਮਾਤਮਾ ਦੀ ਜਿਹੜੀ ਰਚਨਾ ਹੈ ਉਹ ਆਪਣੇ ਆਪ ਤੋਂ ਹੋਈ ਹੈ। ਸਹਿ ਭੰਗ, ਅਜੂਨੀ ਸਹਿ ਭੰਗ, ਉਹ ਜੂਨਾਂ ਵਿੱਚ ਨਹੀਂ ਆਉਂਦਾ,
ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੋਇਆ ਹੈ। ਕਲਗੀਧਰ ਮਹਾਰਾਜ ਆਦਿ ਨੇ ਆਜੋਨ ਪੁਰਖ ਅਪਾਰ। ਪੁਰਖ ਦਾ ਅਰਥ ਹੈ ਸਰਵ ਵਿਆਪਕ। ਦੁਨੀਆ ਵਿੱਚ ਨਹੀਂ ਆਉਂਦਾ ਪਰ ਸਭਨਾਂ ਵਿੱਚ ਵਸ ਰਿਹਾ ਹੈ। ਅਪਾਰ ਦਾ ਅਰਥ ਹੈ ਬੇਅੰਤ। ਉਹ ਆਪ ਵੀ ਬੇਅੰਤ ਹੈ, ਉਹਦੀ ਰਚਨਾ ਵੀ ਬੇਅੰਤ ਹੈ। ਜਿਹਵਾ ਏਕ ਕਵਣ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਈ ਹੈ। ਤੂੰ ਇੰਨਾ ਬੇਅੰਤ ਹੈ, ਤੇਰਾ ਕੋਈ ਅੰਤ ਪਾ ਨਹੀਂ ਸਕਦਾ। ਤਾਂ ਮਹਾਰਾਜ ਆਦਿ ਨੇ ਆਜੋਨ ਪੁਰਖ ਅਪਾਰ ਸਰਬ ਮਾਨ। ਮਾਨ ਦਾ ਅਰਥ ਹੈ ਮੰਨਣ ਵਾਲੇ, ਮਾਨਣੀਏ ਲੋਕ। ਵੱਡੇ ਵੱਡੇ ਲੋਕ ਜਿਨ੍ਹਾਂ ਦੀ ਮਾਨਤਾ ਹੈ ਸਮਾਜ ਦੇ ਵਿੱਚ, ਦੁਨੀਆ ਵਿੱਚ, ਇਹ ਅਕਾਲ ਪੁਰਖ, ਉਹ ਸਾਰੇ ਤੈਨੂੰ ਮੰਨਦੇ ਨੇ। ਜਿੰਨੇ ਵੱਡੇ ਵੱਡੇ ਅਵਤਾਰੀ ਪੁਰਸ਼, ਰਿਸ਼ੀ ਮੁਨੀ ਅਵਤਾਰ ਹੋਏ ਨੇ, ਉਹ ਸਾਰੇ ਹੀ ਅਕਾਲ ਪੁਰਖ ਨੂੰ ਮੰਨਦੇ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਤੇ ਵੀ ਇਹ ਨਹੀਂ ਆਖਿਆ ਵੀ ਮੈਂ ਪਰਮਾਤਮਾ ਵਾਂ। ਤੁਸੀਂ ਕਿਤੇ ਬਾਣੀ ਪੜ੍ਹਦੇ ਹੋ, ਕਿਤੇ ਵੀ ਬਾਣੀ ਵਿੱਚ ਗੁਰੂ ਸਾਹਿਬਾਂ ਨੇ ਆਪਣੇ ਆਪ ਨੂੰ ਰੱਬ ਨਹੀਂ ਆਖਿਆ। ਆਪਣੇ ਆਪ ਨੂੰ ਸੇਵਕ, ਦਾਸ, ਇਹ ਸ਼ਬਦ ਨਾਲ ਸੰਬੋਧਨ ਕੀਤਾ। ਬਾਬੇ ਨਾਨਕ ਦੀ ਤੇ ਵਡਿਆਈ ਕਮਾਲ ਦੀ। ਤੇ ਇੱਥੋਂ ਤੱਕ ਬਚਨ ਕਰਦੇ, ਨਾਨਕ ਨੀਚ ਕਹਿ ਵਿਚਾਰ। ਕਿਹੜਾ ਬੰਦਾ ਕਹਿੰਦਾ ਆਪਣੇ ਆਪ ਨੀਚ? ਪਰ ਕਿੰਨੀ ਵੱਡੀ ਗੱਲ ਸੀ। ਪਰ ਮਹਾਰਾਜ ਨੇ ਇੱਕ ਗੱਲ ਸਾਨੂੰ ਸਮਝਾ ਦਿੱਤੀ। ਜਦੋਂ ਵੀ ਸਿੱਖ ਬਾਣੀ ਪੜ੍ਹਦਾ ਹੈ, ਬਾਣੀ ਪੜ੍ਹਦਿਆਂ ਪੜ੍ਹਦਿਆਂ ਮਹਾਰਾਜ ਨੇ ਆਖਿਆ ਵੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਤੈਨੂੰ ਤੇਰੇ ਅੰਦਰ ਦੀ ਤਸਵੀਰ ਨਜ਼ਰ ਆ ਜਾਵੇਗੀ। ਤੂੰ ਆਪਣੇ ਆਪ ਨੂੰ ਉੱਥੇ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ ਨਾ, ਆਪਣੇ ਆਪ ਨੂੰ ਅੱਗੇ ਰੱਖੀਏ ਆਪਾਂ ਵੀ ਸਾਹਮਣੇ ਮਹਾਰਾਜ ਬੈਠੇ ਨੇ। ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਵੀ ਸਾਹਮਣੇ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਨੇ, ਉਹਨਾਂ ਦੇ ਸਾਹਮਣੇ ਬੈਠ ਕੇ ਮੈਂ ਪਾਠ ਕਰ ਰਿਹਾ ਤੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਬੋਲ ਰਹੇ ਨੇ, ਬਾਣੀ ਦੇ ਰਾਹੀਂ ਬੋਲ ਰਹੇ ਨੇ, ਉਹ ਬੁਲਾ ਰਹੇ ਨੇ ਤੇ ਉਹ ਕੀ ਬਚਨ ਕਹਿ ਰਹੇ ਹਨ। ਇੱਕ ਇੱਕ ਬਚਨ ਨੂੰ ਮਹਿਸੂਸ ਕਰਨਾ ਸਿੱਖ ਦਾ ਫਰਜ਼ ਹੈ। ਇੱਕ ਇੱਕ ਬਚਨ ਨੂੰ ਵੀ ਜੋ ਮਹਾਰਾਜ ਕਹਿ ਰਹੇ ਨੇ ਕਿ ਉਹ ਅਸਲ ਦੇ ਵਿੱਚ ਆਪਣੇ ਅੰਦਰ ਹੈ। ਹੁਣ ਦੋਵੇਂ ਪੱਖ ਬਾਣੀ ਵਿੱਚ ਮਹਾਰਾਜ ਨੇ ਰੱਖੇ ਨੇ। ਇੱਕ ਪੱਖ ਬਾਣੀ ਵਿੱਚ ਗੁਰਮੁਖ ਦਾ ਚੱਲੇਗਾ ਨਾਲ ਦੀ ਨਾਲ, ਇੱਕ ਮਨਮੁਖ ਦਾ ਵੀ ਨਾਲ ਚੱਲੀ ਜਾਂਦਾ ਹੈ। ਮਨਮੁਖ ਦੀ ਤਸਵੀਰ ਵੀ ਮਹਾਰਾਜ ਨਾਲ ਨਾਲ ਪੇਸ਼ ਕਰੀ ਜਾਂਦੇ ਨੇ ਤੇ ਗੁਰਮੁਖ ਦੀ ਪੇਸ਼ ਕਰੀ ਜਾਂਦੇ ਨੇ। ਆਹ ਮਨਮੁਖ ਦੇ ਅੰਦਰ ਵਰਤਦਾ ਹੈ ਖੇਡ, ਆਹ ਗੁਰਮੁਖ ਦੇ ਅੰਦਰ ਵਰਤਦਾ ਹੈ। ਦੋਵੇਂ ਤਸਵੀਰਾਂ ਨਾਲ ਚੱਲਦੀਆਂ ਨੇ। ਤਾਂ ਬੜੀ ਕਿਰਪਾ ਕਰਦੇ ਨੇ ਕਲਗੀਧਰ ਮਹਾਰਾਜ ਆਖਦੇ ਨੇ, ਭਾਈ ਪਰਮੇਸ਼ਰ ਜਿਹੜਾ ਹੈ ਨਾ, ਉਹ ਸਾਰਿਆਂ ਤੋਂ ਵੱਡਾ ਹੈ, ਉਹਨੂੰ ਸਾਰੇ ਹੀ ਮੰਨਦੇ ਹਨ। ਤਿਰਮਾਨ, ਤਿਰਮਾਨ ਤਿੰਨ, ਤ੍ਰੀ ਦਾ ਅਰਥ ਹੈ ਤਿੰਨ, ਮਾਨ ਮੰਨਦੇ ਨੇ। ਤਿੰਨ ਭਵਨਾਂ ਦੇ ਭਾਵ ਸਾਰੀ ਸ੍ਰਿਸ਼ਟੀ, ਆਕਾਸ਼ ਪਾਤਾਲ ਮਾਤ ਲੋਕ, ਇਹ ਸਾਰਿਆਂ ਦੇ ਜਿੰਨੇ ਵੀ ਜੀਵ ਹਨ ਉਹ ਅਕਾਲ ਪੁਰਖ ਨੂੰ ਮੰਨਦੇ ਨੇ। ਦੇਵ ਅਭੇਵ ਆਦ ਉਦਾਰ। ਦੇਵ ਦਾ ਅਰਥ ਹੁੰਦਾ ਹੈ ਪ੍ਰਕਾਸ਼, ਚਾਨਣ, ਜਾਂ ਇੰਝ ਕਹਿ ਲਓ ਵੀ ਪੂਜਣ ਯੋਗ। ਉਹ ਪ੍ਰਕਾਸ਼ ਪਰਮੇਸ਼ਰ ਜਿਹੜਾ ਹੈ ਨਾ, ਅਕਾਲ ਪੁਰਖ ਜਿਹੜਾ ਉਹ ਪੂਜਣ ਯੋਗ ਹੈ। ਅਭੇਵ, ਉਹ ਭੇਦਾਂ ਤੋਂ ਰਹਿਤ ਹੈ, ਉਹਦਾ ਕੋਈ ਭੇਦ ਨਹੀਂ ਪਾ ਸਕਦਾ। ਆਦ ਉਦਾਰ, ਆਦ ਭਾਵ ਮੁੱਢ ਤੋਂ, ਉਦਾਰ ਖੁੱਲੇ ਦਿਲ ਵਾਲਾ। ਸ਼ੁਰੂ ਤੋਂ ਅਕਾਲ ਪੁਰਖ ਦਾ ਨਾ ਸੁਭਾਅ ਰਿਹਾ ਖੁੱਲੇ ਦਿਲ ਵਾਲਾ। ਉਸ ਅੰਦਰ ਇਹ ਨਹੀਂ ਵੀ ਆਹ ਚੀਜ਼ ਮੈਂ ਰੱਖ ਲਵਾਂ ਥੋੜ੍ਹੀ ਜਿਹੀ ਤੇ ਥੋੜ੍ਹੀ ਜਿਹੀ ਦੇ ਦਿਆਂ। ਬਹੁਤਾਏ ਤਾਂ ਇਹ ਹੁੰਦੇ ਨੇ, ਕਿਤੇ ਲੈ ਲੈ ਮੁੱਕਰ ਪਾਹੇ, ਕਿਤੇ ਮੁਰ ਖਾਹੀ ਖਾਹੇ। ਕਈ ਤੇ ਐਸੇ ਨੇ ਲੈ ਲੈ ਕੇ ਮੁੱਕਰ ਜਾਂਦੇ ਨੇ ਵੀ ਇਸ ਤੇ ਲਿਆ ਹੀ ਨਹੀਂ। ਬਹੁਤਾਏ ਤਾਂ ਐਸੀ ਨੇ। ਮਹਾਰਾਜ ਨੇ ਬਾਣੀ ਵਿੱਚ ਉਹਨਾਂ ਦਾ ਵੀ ਜ਼ਿਕਰ ਕੀਤਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਠ ਆਪਾਂ ਬਾਣੀ ਦਾ ਕਰਦੇ ਹਾਂ, ਸੁਖਮਨੀ ਸਾਹਿਬ, ਤੇ ਮਹਾਰਾਜ ਆਖਦੇ ਨੇ
ਵੀ ਕਿੰਨੀਆਂ ਦਾਤਾਂ ਅਕਾਲ ਪੁਰਖ ਨੇ ਤੈਨੂੰ ਦਿੱਤੀਆਂ ਨੇ, ਲਈ ਗਿਆ, ਆ ਵੀ ਮੰਗ ਲਿਆ, ਆ ਵੀ ਮੰਗ ਲਿਆ, ਹਰ ਇੱਕ ਚੀਜ਼ ਤੈਨੂੰ ਮਾਲਕ ਦਿੰਦਾ ਗਿਆ, ਲੈ ਕੇ ਇੰਨਾ ਕੁਛ ਬਣਾ ਲਿਆ। ਫਿਰ ਕਦੀ ਇੱਕ ਚੀਜ਼ ਨਹੀਂ ਮਿਲੀ ਤੇ ਫਿਰ ਗਿਲਾ ਸ਼ਿਕਵਾ ਕਰ ਲਿਆ ਵੀ ਆਹ ਮੈਨੂੰ ਨਹੀਂ ਜੇ ਮਿਲੀ। ਤੇ ਮਹਾਰਾਜ ਨੇ ਫਿਰ ਇੱਕ ਗੱਲ ਸਮਝਾਈ ਵੀ ਭਲਿਆ ਜਿਹੜੀਆਂ ਇੰਨੀਆਂ ਚੀਜ਼ਾਂ ਤੈਨੂੰ ਪਹਿਲਾਂ ਮਿਲੀਆਂ, ਸ਼ੁਕਰਾਨਾ ਕੀਤਾ, ਤੈਨੂੰ ਆ ਜੀਵਨ ਮਿਲਿਆ, ਪਰਿਵਾਰ ਮਿਲਿਆ, ਦੌਲਤ ਮਿਲੀ, ਘਰ ਮਿਲਿਆ, ਨੌਕਰੀ ਪਦਵੀ, ਇਹ ਸਭ ਕੁਝ ਮਿਲ ਗਿਆ। ਕੋਈ ਇੱਕ ਚੀਜ਼ ਨਹੀਂ ਮਿਲੀ ਤੇ ਤੂੰ ਸ਼ੁਕਰਾਨਾ ਕਰਦਾ ਕਿ ਨਾ ਸ਼ੁਕਰਾ ਹੀ ਬਣਿਆ। ਤੇ ਗੁਰੂ ਪਾਤਸ਼ਾਹ ਜੀ ਨੇ ਆਖਿਆ ਵੀ ਮੰਨ ਲੈ ਚੱਲ, ਜੇ ਤੈਨੂੰ ਇੰਨੀਆਂ ਚੀਜ਼ਾਂ ਮਿਲੀਆਂ ਨੇ ਤੇ ਜੇ ਇੱਕ ਚੀਜ਼ ਨਹੀਂ ਵੀ ਮਿਲੀ ਤੇ ਘੱਟੋ ਘੱਟ ਜਿਹੜੀਆਂ ਮਿਲੀਆਂ ਉਹਨਾਂ ਦਾ ਸ਼ੁਕਰਾਨਾ ਕਰ। ਮੰਨ ਲੈ ਵੀ ਜੇ ਉਹ ਵੀ ਨਾ ਦਿੰਦਾ ਰੱਬ, ਤੂੰ ਕੀ ਕਰ ਲੈਂਦਾ? ਮੰਨ ਲਓ ਵੀ ਜਿਹੜੀਆਂ 10 ਚੀਜ਼ਾਂ ਪਹਿਲਾਂ ਸਾਨੂੰ ਮਿਲੀਆਂ ਹੋਈਆਂ, ਅਗਰ ਉਹ ਵੀ ਨਾ ਮਿਲਦੀਆਂ, ਫਿਰ ਬਹੁਤਿਆਂ ਕੋਲ ਤਾਂ ਉਹ ਵੀ ਨਹੀਂ ਹੁੰਦੀਆਂ, ਸਾਡੇ ਕੋਲ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਭਾਂਤ ਦੇ ਕੱਪੜੇ, ਭਾਂਤ ਦੇ ਖਾਣੇ ਅਸੀਂ ਖਾਂਦੇ ਹਾਂ, ਪਾਉਂਦੇ ਹਾਂ, ਬਹੁਤਿਆਂ ਕੋਲੇ ਵੀ ਨਹੀਂ। ਬੇਅੰਤ ਐਸੇ ਲੋਕ ਨੇ ਜਿਨ੍ਹਾਂ ਨੂੰ ਭੋਜਨ ਵੀ ਜਿਹੜਾ 2 ਵਕਤ ਦਾ ਨਸੀਬ ਨਹੀਂ ਹੁੰਦਾ। ਤੇਰੇ ਅੱਗੇ 36 ਪ੍ਰਕਾਰ ਦੇ ਭੋਜਨ ਪਏ ਰਹਿੰਦੇ ਨੇ, ਮਹਾਰਾਜ ਆਖਦੇ ਨੇ ਇਹ ਕਿਹਨੇ ਦਿੱਤੇ ਨੇ? ਬੇਅੰਤ ਕੱਪੜੇ ਐਸੇ ਜਿਹੜੇ ਨੇ, ਅਲਮਾਰੀਆਂ ਭਰੀਆਂ ਪਈਆਂ ਕੱਪੜਿਆਂ ਦੀਆਂ, ਵਾਰੀ ਨਹੀਂ ਆਉਂਦੀ ਕਈ ਵਾਰੀ ਪਾਉਣ ਦੀ, ਪਰ ਬੰਦਾ ਫਿਰ ਵੀ ਆਖਦਾ ਮੇਰੇ ਕੋਲ ਹੈ ਨਹੀਂ। ਤਾਂ ਗੁਰਦੇਵ ਪਾਤਸ਼ਾਹ ਜੀ ਆਖਦੇ ਨੇ 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵੀ ਖੋਟ ਗਵਾਵੈ, ਏਕ ਭੀ ਨਾ ਦੇ 10 ਪੀਹਰ ਲੈ ਤੋ ਮੂੜਾ ਕਹੂੰ ਕਹਾਂ ਕਰੇ। ਫਿਰ ਕੀ ਕਰ ਲਵੇਂਗਾ? ਜੇ 10 ਵੀ ਖੋਹ ਲਵੇ, ਲਿਆ ਮੇਰੀਆਂ ਵਾਪਸ ਕਰ ਦੇ, ਮੈਂ ਤੇ 10 ਵੀ ਨਹੀਂ ਦੇਣਾ, 10 ਦੀਆਂ 10 ਹੀ ਖੋਹ ਲਵੇ ਤੇ ਕੀ ਕਰ ਲਵੇਂਗਾ? ਤੇਰਾ ਜ਼ੋਰ ਹੈ। ਫਿਰ ਮਹਾਰਾਜ ਅੱਗੇ ਆਖਦੇ ਨੇ ਭਲਿਆ ਜਿਸ ਮਾਲਕ ਅੱਗੇ ਕੋਈ ਚਾਰਾ ਨਹੀਂ ਨਾ ਚੱਲਦਾ, ਉਹਦੇ ਅੱਗੇ ਫਿਰ ਨਮਸਕਾਰ ਹੀ ਬਣਦੀ ਹੈ। ਫਿਰ ਹੱਥ ਜੋੜਿਆ ਕਰ, ਮਹਾਰਾਜ ਜੇ ਨਹੀਂ ਮਿਲੀ ਤਾਂ ਹੋ ਸਕਦਾ ਮੇਰੇ ਵਿੱਚ ਘੂਣਤਾ ਹੀ ਹੋਵੇਗੀ, ਕੋਈ ਕਮੀ ਹੋਵੇਗੀ ਮੇਰੇ ਵਿੱਚ, ਮੈਨੂੰ ਨਹੀਂ ਮਿਲੀ, ਪਰ ਜਿੰਨੀਆਂ ਮਿਲੀਆਂ ਨੇ ਉਹਨਾਂ ਲਾਇਕ ਮੈਂ ਹੈ ਨਹੀਂ ਸਾਂ। ਜਿੰਨੀਆਂ ਦਿੱਤੀਆਂ ਦਾਤਾਂ ਉਹਨਾਂ ਲਾਇਕ ਵੀ ਹੈ ਨਹੀਂ ਸਾਂ, ਤੂੰ ਤੇ ਦਿੰਦਾ ਗਿਆ ਖੁੱਲੇ ਦਿਲ ਨਾਲ। ਕਲਗੀਧਰ ਮਹਾਰਾਜ ਆਖਦੇ ਨੇ ਉਹਦਾ ਸੁਭਾਅ ਸ਼ੁਰੂ ਤੋਂ ਖੁੱਲੇ ਦਿਲ, ਜਿੰਨੀਆਂ ਵੀ ਦਾਤਾਂ ਨੇ ਦਿੱਤੀਆਂ ਨੇ ਨਾ, ਹੁਣ ਤਾਂ ਹੀ ਨਹੀਂ ਉਹਨੇ ਰੱਖੀ, ਪਰ ਦੇ ਹੀ ਦਿੱਤੇ ਭੰਡਾਰੇ, ਉਹਨੇ ਦਿੰਦਾ ਹੀ ਗਿਆ। ਫਿਰ ਇਹ ਨਹੀਂ ਆਖਿਆ ਵੀ ਆਹ ਰੱਖ ਲਵਾਂ, ਜਿਵੇਂ ਸਾਡਾ ਸੁਭਾਅ ਹੁੰਦਾ ਨਾ। ਅਕਾਲ ਪੁਰਖ ਦਾ ਸੁਭਾਅ ਐਸਾ ਬਿਲਕੁਲ ਵੀ ਨਹੀਂ ਹੈਗਾ, ਖੁੱਲੇ ਦਿਲ ਦਾ ਮਾਲਕ ਹੈ ਉਹ। ਗਰੀਬ ਹੋਵੇ ਅਮੀਰ ਹੋਵੇ ਕੋਈ ਭੇਦ ਨਹੀਂ, ਕੋਈ ਫਰਕ ਨਹੀਂ ਰੱਖਦਾ। ਬਸ ਜਿਹੜਾ ਨਿਮਰਤਾ ਦਾ ਪੱਲਾ ਫੜ ਕੇ ਆ ਜਾਂਦਾ ਉਹਨੂੰ ਝੋਲੀਆਂ ਭਰ ਦਿੰਦਾ ਹੈ। ਜਿਹੜਾ ਹੰਕਾਰੀ ਬਣ ਕੇ ਆਉਂਦਾ ਉਹਦੇ ਹੰਕਾਰ ਨੂੰ ਤੋੜ ਵੀ ਦਿੰਦਾ ਉਹ। ਤਾਂ ਇਸ ਕਰਕੇ ਮਹਾਰਾਜ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਹੈ, ਬਚਨ ਵਿੱਚ ਸਮਝਾਉਂਦੇ ਨੇ ਵੀ ਤੂੰ ਵੀ ਆਪਣਾ ਜਿਹੜਾ ਇਹ ਹਿਰਦਾ ਇਸ ਤਰ੍ਹਾਂ ਦਾ ਬਣਾ ਜਿਵੇਂ ਦਾ ਰੱਬ ਦਾ ਹੈ, ਖੁੱਲੇ ਦਿਲ ਵਾਲਾ। ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਰਨਾਂ ਦੇ ਵਿੱਚ ਇੱਕ ਸਿੱਖ ਆਇਆ, ਭਾਈ ਸਾਧੂ ਚੱਲ ਕੇ ਆਇਆ, ਮਹਾਰਾਜ ਪਾਤਸ਼ਾਹ ਚਰਨਾਂ ਵਿੱਚ ਮੱਥਾ ਟੇਕਿਆ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਉਹ ਅੱਤ ਦਾ ਨਾ ਗਰੀਬ ਸੀ ਬਹੁਤ, ਪਰ ਅੰਦਰੋਂ ਬੜਾ ਪਿਆਰ ਸੀ ਗੁਰੂ ਨਾਲ, ਗੁਰੂ ਜਪਦਾ ਸੀ, ਅੰਦਰੋਂ ਬੜਾ ਸਨੇਹ ਗੁਰੂ ਦੇ ਨਾਲ। ਤੇ ਬਚਨ ਆਖਦਾ ਵੀ ਸਤਿਗੁਰੂ ਮੈਂ ਬੜਾ ਗਰੀਬ ਹਾਂ, ਬਹੁਤ ਗਰੀਬ ਹਾਂ ਮੈਂ, ਆ ਮੇਰਾ ਪੁੱਤਰ ਨਾਲ ਆਇਆ ਹੁੰਦੇ, ਮਹਾਰਾਜ ਇਹ ਵੀ ਬੜਾ ਗਰੀਬ ਹੈ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਨਹੀਂ ਵੇਖਿਆ ਵੀ ਤਨ ਤੇ ਕੱਪੜੇ ਮਹਿੰਗੇ ਨੇ ਕਿ ਸਸਤੇ ਨੇ, ਵੀ ਇਹਦਾ ਖਾਨਦਾਨ ਕੀ ਹੈ, ਇਹਦਾ ਘਰ ਪਰਿਵਾਰ ਕੀ ਹੈ। ਬਸ ਮਹਾਰਾਜ ਪਾਤਸ਼ਾਹ ਜੀ ਨੇ ਉਸੇ ਵੇਲੇ ਆਪਣੀ ਬੱਚੀ ਨੂੰ ਬੁਲਾਇਆ ਕੋਲ
ਤੇ ਉਹਦੇ ਪੁੱਤਰ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਨੇ ਰਿਸ਼ਤਾ ਕਰ ਦਿੱਤਾ। ਉਹ ਸਿੱਖ ਦੀਆਂ ਭੁੱਬਾਂ ਨਿਕਲ ਗਈਆਂ, ਮਹਾਰਾਜ ਮੈਂ ਇਸ ਲਾਇਕ ਨਹੀਂ, ਕਿੱਥੇ ਤੁਸੀਂ ਕਿੱਥੇ ਮੈਂ। ਮਹਾਰਾਜ ਕਹਿਣ ਲੱਗੇ ਨਹੀਂ ਭਲਿਆ, ਗੁਰੂ ਦਾ ਜਿਹੜਾ ਪਿਆਰ ਹੈ ਨਾ ਉਹ ਹਿਰਦਾ ਵੇਖਦਾ, ਦਿਲ ਵੇਖਦਾ ਵੀ ਕਿੰਨਾ ਕੁ ਵੱਡਾ ਹੈ। ਉਹ ਇਹ ਨਹੀਂ ਵੇਖਦਾ ਵੀ ਮਕਾਨ ਕਿੰਨਾ ਵੱਡਾ ਹੈ, ਗੱਡੀ ਕਿੱਡੀ ਵੱਡੀ ਹੈ, ਕੱਪੜੇ ਕਿੰਨੇ ਮਹਿੰਗੇ ਨੇ, ਬੈਂਕ ਬੈਲੈਂਸ ਕਿੰਨਾ ਹੈ। ਗੁਰੂ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਵਾਸਤਾ ਨਹੀਂ। ਗੁਰੂ ਇਹ ਵੇਖਦਾ ਵੀ ਦਿਲ ਕਿੰਨਾ ਖੁੱਲ੍ਹਾ ਹੈ, ਦਿਲ ਕਿੰਨਾ ਵੱਡਾ ਹੈ ਤੇਰਾ। ਤਾਂ ਹੀ ਬਾਬੇ ਨਾਨਕ ਨੇ ਸਾਡੇ ਦੇਸ਼ ਦੇ ਵਿੱਚੋਂ ਇੱਕ ਭੈੜੀ ਰੀਤ ਨੂੰ ਖਤਮ ਕਰਨ ਵਾਸਤੇ ਇੱਕ ਨਾਰਾ ਲਾਇਆ ਸੀ ਬਾਬੇ ਨਾਨਕ ਨੇ। ਮਹਾਰਾਜ ਨੇ ਆਖਿਆ ਸੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਇਹ ਬਚਨ ਤਾਂ ਮਹਾਰਾਜ ਨੇ ਆਖੇ ਸਨ ਕਿਉਂਕਿ ਸਾਡੇ ਸਮਾਜ ਦੇ ਅੰਦਰ ਇੱਕ ਵਰਗ ਉਹ ਸੀ ਜਿਹਨੂੰ ਪੂੰਜੀਵਾਦ ਕਹਿੰਦੇ ਆ, ਵੀ ਬੰਦਾ ਬਹੁਤਾ ਅਮੀਰ ਹੈ, ਜਿਹੜਾ ਅਮੀਰ ਹੀ ਹੁੰਦਾ ਚਲਾ ਗਿਆ, ਤੇ ਇੱਕ ਉਹ ਵਰਗ ਸੀ ਜਿਹੜਾ ਬਹੁਤਾ ਗਰੀਬ ਸੀ। ਇੱਕ ਅੱਤ ਦਾ ਗਰੀਬ ਸੀ, ਇੱਕ ਅੱਤ ਦਾ ਅਮੀਰ ਸੀ। ਇਹਨਾਂ ਵਿੱਚ ਬੜਾ ਫਰਕ ਸੀ। ਤੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਅਮੀਰ ਲੋਕ ਹੁੰਦੇ ਸਨ ਉਹ ਆਪਣੀ ਚੰਗੀ ਮੰਦੀ ਕਮਾਈ ਦੇ ਵਿੱਚੋਂ ਕੁਝ ਪੈਸੇ ਗਰੀਬਾਂ ਵਿੱਚ ਵੰਡ ਦਿੰਦੇ ਸਨ। ਉਹਨੂੰ ਉਹ ਆਖਦੇ ਸਨ ਦਾਨ, ਵੀ ਦਾਨ ਦੇਣਾ ਕਿਹਨਾਂ ਨੂੰ? ਗਰੀਬਾਂ ਨੂੰ। ਹੁਣ ਉਹ ਦਾਨ ਤਾਂ ਦਿੰਦੇ ਸਨ ਵੀ ਤਾਂ ਕਿ ਜਿਹੜਾ ਮਾੜਾ ਏ, ਗਰੀਬ ਏ, ਉਹਦੀ ਕੋਈ ਸਹਾਇਤਾ ਹੋ ਸਕੇ। ਜਦੋਂ ਮਹਾਰਾਜ ਸਤਿਗੁਰ ਪਾਤਸ਼ਾਹ ਜੀ ਨੇ ਵੇਖਿਆ ਵੀ ਇੱਥੇ ਤਾਂ ਲੈਣ ਵਾਲਾ ਜਿਹੜਾ ਉਹ ਵਿਚਾਰਾ ਆਪਣੇ ਆਪ ਨੂੰ ਅੱਤ ਦਾ ਗਰੀਬ ਤੇ ਨੀਵਾਂ ਮਹਿਸੂਸ ਕਰਦਾ, ਵੀ ਲੈਣ ਲੱਗਿਆ ਬੜੀ ਸ਼ਰਮ ਮਹਿਸੂਸ ਕਰਦਾ ਸੀ। ਅੱਛਾ, ਜਿਹੜਾ ਦੇਣ ਵਾਲਾ ਹੁੰਦਾ ਸੀ ਅਮੀਰ, ਉਹਨੂੰ ਹੰਕਾਰ ਬੜਾ ਆ ਜਾਂਦਾ ਸੀ, ਮੈਂ ਦਾਨ ਦੇ ਰਿਹਾ। ਉਹਨੂੰ ਬੜਾ ਅੱਤ ਦਾ ਹੰਕਾਰ ਹੁੰਦਾ ਸੀ, ਮੈਂ ਕਿਸੇ ਨੂੰ ਕੁਛ ਦੇ ਰਿਹਾ, ਮੈਂ ਗਰੀਬ ਨੂੰ ਦੇ ਰਿਹਾ। ਅੱਛਾ, ਲੈਣ ਵਾਲਾ ਸ਼ਰਮ ਜੀ ਮਹਿਸੂਸ ਕਰਦਾ ਸੀ। ਮਹਾਰਾਜ ਨੇ ਇਸ ਸ਼ਬਦ ਤੇ ਉੱਤੇ ਬੈਨ ਲਾ ਦਿੱਤਾ। ਮਹਾਰਾਜ ਕਹਿਣਗੇ ਦਾਨ ਸ਼ਬਦ ਨਹੀਂ ਵਰਤਣਾ। ਗੁਰਦੇਵ ਪਾਤਸ਼ਾਹ ਜੀ ਨੇ ਸ਼ਬਦ ਵਰਤਿਆ ਦਸਵੰਧ। ਇਹਨੂੰ ਬਾਬੇ ਨਾਨਕ ਨੇ ਆਖਿਆ ਵੀ ਵੰਡ ਕੇ ਛਕਣਾ। ਵੰਡ ਕੇ ਛਕਣਾ ਦਸਵੰਧ ਦਾ ਦੂਜਾ ਹੀ ਰੂਪ ਹੈ। ਜਾਂ ਇਹਦੇ ਵਿੱਚ ਇੱਕ ਹੋਰ ਸ਼ਬਦ ਜਨਮ ਲੈਂਦਾ ਸੇਵਾ। ਸੇਵਾ ਵੀ ਇਸ ਦਾ ਬਦਲਿਆ ਹੋਇਆ ਰੂਪ ਹੈ, ਜਿਹੜਾ ਕਿ ਵੰਡ ਕੇ ਛਕਣਾ ਹੈ। ਮਹਾਰਾਜ ਪਾਤਸ਼ਾਹ ਜੀ ਨੇ ਆਖਿਆ ਭਾਈ ਸਿੱਖਾ, ਤੂੰ ਆਪਣੀ ਕਿਰਤ ਕਮਾਈ ਵਿੱਚੋਂ ਵੰਡ ਕੇ ਛਕਣਾ ਹੈ। ਪਹਿਲਾਂ ਤਾਂ ਤੂੰ ਕਿਰਤੀ ਹੋ, 10 ਨੂੰਹਾਂ ਦੀ ਕਿਰਤ ਕਮਾਈ ਕਰਨੀ ਹੈ, ਉਹਦੇ ਵਿੱਚੋਂ ਵੰਡ ਕੇ ਛਕਣਾ ਹੈ। ਹੁਣ ਜਦੋਂ ਕੋਈ ਵੀ ਸਿੱਖ ਵੰਡ ਕੇ ਛਕਦਾ ਤੇ ਜਿਹੜਾ ਲੈਣ ਵਾਲਾ ਹੁੰਦਾ ਸੀ ਨਾ, ਉਹਨੂੰ ਸ਼ਰਮ ਨਹੀਂ ਸੀ ਮਹਿਸੂਸ ਹੁੰਦੀ, ਕਿਉਂਕਿ ਉਹਨੂੰ ਹੁੰਦਾ ਸੀ ਮੈਂ ਗੁਰੂ ਦਾ 10ਵਾਂ ਹਿੱਸਾ ਲੈ ਰਿਹਾ, ਮੈਂ ਆਪਣੇ ਗੁਰੂ ਤੋਂ ਲੈ ਰਿਹਾ। ਕਿਉਂਕਿ ਉਹਨਾਂ ਸਮਿਆਂ ਵਿੱਚ ਇੱਕ ਸ਼ਬਦ ਪ੍ਰਚਲਿਤ ਹੋਇਆ ਸੀ ਜਿਹੜਾ ਆਖਦੇ ਸੀ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ। ਹੁਣ ਇਹਦੀ ਵਿਆਖਿਆ ਕੁਝ ਹੋਰ ਕਰਤੀ ਆਪਾਂ, ਗੱਲ ਵੱਖਰੀ ਹੈ। ਉਦੋਂ ਇਹ ਗੱਲ ਕਨਸੈਪਟ ਇਹ ਚੱਲਿਆ ਸੀ ਵੀ ਜਿਹੜਾ ਗਰੀਬ ਹੈ ਨਾ, ਉਹਦੇ ਮੂੰਹ ਵਿੱਚ ਅਗਰ ਕਿਸੇ ਨੇ ਕੋਈ ਭੋਜਨ ਪਾ ਦਿੱਤਾ ਹੈ ਤੇ ਸਮਝੋ ਗੁਰੂ ਦੇ ਮੁਖ ਵਿੱਚ ਪੈ ਗਿਆ। ਜੇ ਕਿਸੇ ਗਰੀਬ ਦੇ ਖੀਸੇ ਵਿੱਚ ਕੁਝ ਪਾ ਦਿੱਤਾ, ਸਮਝੋ ਗੁਰੂ ਦੀ ਗੋਲਕ 'ਚ ਪੈ ਗਿਆ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਖਿਆ ਵੀ ਦੇਣ ਵਾਲੇ ਨੂੰ ਤੂੰ ਇਹ ਨਹੀਂ ਆਣਾ ਮੈਂ ਦਾਨ ਦੇ ਰਿਹਾ। ਉਹਨੂੰ ਆਖਿਆ ਵੀ ਤੂੰ ਜਦੋਂ ਦੇਣਾ ਤੂੰ ਗੁਰੂ ਦਾ 10ਵਾਂ ਹਿੱਸਾ ਦੇਣਾ, ਪਰ ਯਾਦ ਰੱਖੀ 9 ਹਿੱਸੇ ਗੁਰੂ ਦੇ ਤੇਰੇ ਕੋਲ ਅਜੇ ਵੀ ਪਏ ਨੇ। ਇਹਦੇ ਚੋਂ 10ਵਾਂ ਹਿੱਸਾ ਤੂੰ ਦਿੱਤਾ ਹੈ, 9 ਹਿੱਸੇ ਗੁਰੂ ਦੇ ਤੇਰੇ ਕੋਲ ਪਏ ਹੋਏ ਨੇ। ਹੁਣ ਦੇਣ ਵਾਲੇ ਨੂੰ ਇਹ ਮਹਿਸੂਸ ਨਹੀਂ ਸੀ ਹੁੰਦਾ ਵੀ ਮੈਂ ਆਪਣੇ ਕੋਲੋਂ ਦੇ ਰਿਹਾ ਕੁਛ, ਉਹਨੂੰ ਮੈਂ ਗੁਰੂ ਕੋਲੋਂ ਦੇ ਰਿਹਾ। ਗੁਰੂ ਨੇ ਮੈਨੂੰ 100 ਦਿੱਤੇ ਤੇ 10 ਮੈਂ ਗੁਰੂ ਦੇ ਸਿੱਖ ਨੂੰ ਦੇ ਦਿੱਤੇ, ਅਜੇ 90 ਤਾਂ ਮੇਰੇ ਕੋਲ ਗੁਰੂ ਦੇ ਨੇ, ਮੈਂ ਦੇਣਦਾਰ ਆ। ਇੱਥੇ ਉਹਦੇ ਅੰਦਰ ਹਉਮੈ ਨਹੀਂ ਸੀ ਆਉਂਦੀ, ਹੰਕਾਰ ਨਹੀਂ ਸੀ ਆਉਂਦਾ, ਤੇ ਲੈਣ ਵਾਲੇ ਨੂੰ ਇਮਾਨ ਹੁੰਦਾ ਸੀ ਮੈਂ ਆਪਣੇ ਗੁਰੂ ਦੇ ਦਰ ਤੋਂ ਲੈ ਰਿਹਾ, ਆਪਣੇ ਗੁਰੂ ਦੇ ਦਿੱਤੇ ਹੋਏ ਧਨ ਨੂੰ ਲੈ ਰਿਹਾ, ਮੈਂ ਕੋਈ ਖੈਰਾਤ ਜਾਂ ਕੋਈ ਦਾਨ ਨਹੀਂ ਲੈ ਰਿਹਾ। ਉਦੋਂ ਮਾਣ ਮਹਿਸੂਸ ਹੁੰਦਾ ਸੀ। ਇਹੀ ਕਾਰਨ ਮਹਾਰਾਜ ਨੇ ਕਿ ਵੰਡ ਕੇ ਛਕਣਾ, ਤਾਂ ਜੋ ਅਮੀਰ ਤੇ ਗਰੀਬ ਦੇ ਵਿੱਚ ਦਾ ਜਿਹੜਾ ਫਰਕ ਨਾ ਮਿਟ ਸਕੇ। ਤੇ ਮਿਟਾਇਆ ਵੀ ਮਹਾਰਾਜ ਨੇ।
अमीर ते गरीब वाली जिहड़ी परिभाषा सी खत्म कर दी। हर एक सिख नूं महाराज ने आख्या जिवें अकाल पुरख का सुभाअ है ना खुले दिल वाला, हर एक सिख अपना सुभाअ इस तरह का बनावे। जिवें परमात्मा नहीं वेखदा अमीर है गरीब, जिहड़ा आ गया उन्होंने प्रसन्न होकर दे दिंदा। ये गुण अपने जीवन में लागू करना है। कलगीधर महाराज किरपा करते ने। परमेश्वर जिहड़ा ना उदार का अर्थ खुले दिल वाला है। आद उदार वो सारे जीवां नूं बेअंत दातां दे रहे। कोई गिणती नहीं, कोई हिसाब किताब नहीं, कोई मिणती नहीं, कोई रजिस्टर नहीं लाया रब ने भी इनू इन्ना दिता, इनू इन्ना दिता, इन्ना दिता, फिर तो इन्ना लेना है, कोई मतलब नहीं, बस दे रहा है। सर्ब पालक वो सारियां दा पालनहार है। सर्ब घालक वो सारियां नूं नाश करन वाला है। सर्ब को पुनकाल वो फिर सारियां दी मौत भी परमेश्वर ही है। पुन भाव मुड़ पैदा करता है, पालना करता है, फिर मारता भी हुई है। जतर ततर विराज ही, जतर ततर का भाव है जिथे किथे, विराज ही विराजमान है। जिथे मर्जी चले जाओ परमात्मा उत्थे ही तुहानूं मिलेगा। दुनिया के किसी कोने ते, आकाश में जाओ, पाताल में जाओ, धरती ते जिथे भी जाओगे तुसीं एक अकाल पुरख मिलेगा। जतर ततर विराज ही अवधूत रूप रिसाल। रिसाल का अर्थ होंदा रसां वाला। परमात्मा सारे रसां का सोमा है, सारे रसां का घर है। पर हाँ अवधूत का अर्थ होंदा है जिन्हें मायक बंधना नूं तोड़ के सुट दिता होवे। वो इन्हां रसां विच फसिया नहीं होया। रसां का घर है पर इन्हां रसां विच फसिया नहीं होया, इन्हां तो निर्लेप है। कलगीधर महाराज पातशाह जी ने बचन में बड़ी कृपा की, रहमत की है। भाई इन्हां गुणां नूं अपने जीवन में कमा। जो गुरु कह रहा है, जो परमेश्वर का उपदेश है, उन्होंने अपने जीवन में वसा, तां ही तू अपने जीवन को सफला कर सकेगा तो अकाल पुरख दीयां बख्शिशां लैके जीवन सफला कर सकेगा। महाराज कृपा करन सानू सारिਆਂ ਨੂੰ गुरु की मत आवे, गुरु की मत लैके जीवन सफला कर सकीए। होईयां भुलां चुकां दी खिमा। वाहिगुरू जी का खालसा।